ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 33ਵਾਂ ਚੌਥੇ ਕਾਂਡ ਦਾ 12ਵਾਂ ਭਾਗ ਬਿੰਦਰਾਬਨ ਮੇਂ ਰੰਗ ਕੀਆ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਈਸ਼ਰ ਸਿੰਘ ਨਾਰਾ ਨੇ ਜਿਸ ਕ੍ਰਿਸ਼ਨ ਭਗਵਾਨ ਨੂੰ ਕਲਗੀਧਰ ਸਾਬਤ ਕਰਨ ਲਈ ਸਾਰਾ ਜ਼ੋਰ ਲਾਇਆ ਹੋਇਆ ਹੈ, ਆਓ ਵੇਖੀਏ ਕਿ ਉਹ ਇਸ ਬਿੰਦਰਾਬਨ ਵਿੱਚ ਕਿਹੋ ਜਿਹਾ ਰੰਗ ਕਰਦੇ ਰਹੇ ਸਨ। ਨਾਰਾ ਜੀ ਨੇ ਆਪਣੀ ਪੁਸਤਕ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਦੇ 94 ਸਫ਼ੇ ਤੇ ਸ੍ਰੀ ਮੱਧ ਭਾਗਵਤ ਪੁਰਾਣ ਗ੍ਰੰਥ ਵਿਚਲੀ ਗਾਥਾ ਦਾ ਹਵਾਲਾ ਤੋੜ ਮੋੜ ਕੇ ਦਿੱਤਾ ਹੋਇਆ ਹੈ। ਉਸੇ ਭਾਗਵਤ ਪੁਰਾਣ ਗ੍ਰੰਥ ਦੇ ਸਕੰਦ 10 ਅਧਿਆਏ 22 ਵਿੱਚ ਜੋ ਲਿਖਿਆ ਹੈ, ਉਸ ਦਾ ਸੰਖੇਪ ਇਸ ਪ੍ਰਕਾਰ ਹੈ। ਪਿੰਡ ਦੀਆਂ ਬੀਬੀਆਂ ਜਮਨਾ ਵਿੱਚ ਮਾਘੀ ਦੇ ਇਸ਼ਨਾਨ ਲਈ ਪ੍ਰਚਲਿਤ ਰਿਵਾਜ ਅਨੁਸਾਰ ਪਵਿੱਤਰ ਦਿਹਾੜੇ ਇਸ਼ਨਾਨ ਕਰਨਾ ਪੁੰਨ ਕਰਮ ਦੇ ਭਰਮ ਕਾਰਨ ਭਰ ਸਿਆਲ ਦੀ ਠੰਡ ਵਿੱਚ ਦਰਿਆ ਜਮਨਾ ਦੇ ਠੰਡੇ ਸੀਤ ਪਾਣੀ ਵਿੱਚ ਨੰਗੀਆਂ ਹੀ ਜਾ ਵੜੀਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਭਗਵਾਨ ਕ੍ਰਿਸ਼ਨ ਜੀ ਵੀ ਬੰਸੀ ਘਾਟ ਤੋਂ ਦੌੜ ਕੇ ਝਟ ਉੱਥੇ ਜਾ ਪੁੱਜੇ ਅਤੇ ਅੱਖ ਬਚਾ ਕੇ ਸਾਰੀਆਂ ਗੋਪੀਆਂ ਦੇ ਕੱਪੜੇ ਚੁੱਕ ਕੇ ਰੁੱਖ ਤੇ ਜਾ ਬਿਰਾਜੇ। ਗੋਪੀਆਂ ਨੂੰ ਜਦ ਕੱਪੜਿਆਂ ਦੀ ਲੋੜ ਪਈ ਤਾਂ ਵੇਖਿਆ ਕਿ ਉਹ ਤਾਂ ਲੀਲਾ ਪਰਸ਼ੋਤਮ ਭਗਵਾਨ ਕ੍ਰਿਸ਼ਨ ਜੀ ਸਾਂਭੀ ਬੈਠੇ ਸਨ। ਕੱਪੜੇ ਮੰਗਣ ਤੇ ਭਗਵਾਨ ਕ੍ਰਿਸ਼ਨ ਜੀ ਨੇ ਬਚਨ ਕੀਤਾ ਕਿ ਉਹ ਆਪਣੇ ਅੱਗੇ ਪਿੱਛੇ ਹੱਥ ਦੇ ਕੇ ਬਾਹਰ ਆ ਜਾਣ। ਕੁੜੀਆਂ ਸ਼ਰਮ ਦੀਆਂ ਮਾਰੀਆਂ ਬਾਹਰ ਨਹੀਂ ਆਉਂਦੀਆਂ ਅਤੇ ਮਿੰਨਤਾਂ ਕਰਦੀਆਂ ਹਨ, ਪਰ ਅੱਗੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਜੋ ਕਹਿੰਦੇ ਹਨ ਅਤੇ ਫਿਰ ਜੋ ਅੱਗੋਂ ਗੋਪੀਆਂ ਨੇ ਕਿਹਾ, ਉਹ ਸਾਰਾ ਵਾਰਤਾਲਾਪ ਸ੍ਰੀ ਮੱਧ ਭਾਗਵਤ ਪੁਰਾਣ ਗ੍ਰੰਥ ਦੇ ਲਿਖਾਰੀ ਨੇ ਕਵਿਤਾ ਵਿੱਚ ਇਸ ਤਰ੍ਹਾਂ ਲਿਖਿਆ ਹੈ। ਸਫਾ 310 ਪੰਜਾਬੀ ਅੱਖਰਾਂ ਵਿੱਚ ਹਿੰਦੀ ਵਰਗੀ ਬੋਲੀ। ਕਾਨੋ ਵਾਚ ਸਵਈਆ ਕਾਨ ਦਾ ਬਚਨ, ਦੇਉ ਬਿਨਾ ਨਿਕਰੇ ਲਹਿ ਚੀਰ, ਕਹਿਓ ਹਸ ਕਾਨ ਸੁਨੋ ਤੁਮ ਪਿਆਰੀ, ਸੀਤ ਸਹੋ ਜਲ ਮੈਂ ਤੁਮ ਨਾਹਕ, ਬਾਹਰ ਆਵੋ ਗੋਰੀ ਔਂਕਾਰੀ, ਦੇ ਆਪਣੇ ਅਗੂਓਂ ਪਿਛੂਓਂ ਕਰ, ਬਾਰ ਤਜੋ ਪਤਲੀ ਅਰ ਭਾਰੀ, ਜੋ ਨਹੀਂ ਦਿਓ ਕਹਿਓ ਹਰ ਜੀ, ਤਸਲੀਮ ਕਰੋ ਕਰ ਜੋਰ ਹਮਾਰੀ। ਜੇ ਕੱਪੜੇ ਲੈਣੇ ਹਨ ਤਾਂ ਆਪਣੇ ਅੱਗੇ ਪਿੱਛੇ ਹੱਥ ਦੇ ਕੇ ਨੰਗੀਆਂ ਹੀ ਬਾਹਰ ਆ ਜਾਵੋ। ਅੱਗੇ ਪਿੱਛੇ ਹੱਥ ਦੇ ਕੇ ਆਪਣਾ ਨੰਗੇਜ ਕੱਜ ਲਵੋ ਅਤੇ ਗੋਰੀਆਂ ਕਾਲੀਆਂ ਪਤਲੀਆਂ ਭਾਰੀਆਂ ਸਾਰੀਆਂ ਹੀ ਪਾਣੀ ਨੂੰ ਤਿਆਗ ਕੇ ਬਾਹਰ ਆ ਜਾਓ। ਐਵੇਂ ਠੰਡ ਵਿੱਚ ਠਰਦੀਆਂ ਕਿਉਂ ਜੇ? ਕ੍ਰਿਸ਼ਨ ਰੂਪ ਵਿੱਚ ਆਏ ਰੱਬ ਜੀ ਨੰਗੀਆਂ ਬੱਚੀਆਂ ਨੂੰ ਆਖਦੇ ਹਨ ਕਿ ਹੋਰ ਕਿਸੇ ਵੀ ਤਰੀਕੇ ਨਾਲ ਕੱਪੜੇ ਨਹੀਂ ਦੇਣਗੇ, ਭਾਵ ਪਾਣੀ ਵਿੱਚੋਂ ਨਿਕਲ ਕੇ ਆਪਣੇ ਹੱਥ ਨੰਗੇਜ ਤੋਂ ਹਟਾ ਕੇ ਹੱਥ ਜੋੜ ਕੇ ਨਮਸਕਾਰ ਕੀਤੇ ਬਿਨਾਂ ਕੱਪੜੇ ਨਹੀਂ ਮਿਲਣਗੇ, ਭਾਵੇਂ ਠੰਡ ਨਾਲ ਮਰ ਬੇਸ਼ੱਕ ਜਾਣ। ਗੋਪੀਓ ਵਾਚ ਸਵਈਆ, ਗੋਪੀਆਂ ਦੇ ਬਚਨ। ਕਾਨ ਬਹਿ ਕ੍ਰਮ ਥੋਰੀ ਤੁਮੈ, ਤੁਮ ਖੇਲੋ ਨਾ ਆਪਣੇ ਘਰ ਜਾਹੋ, ਨੰਦ ਸੁਨੈ ਜਸ਼ੋਦਾ ਤਪਤੈ, ਤੁਮ ਕਾਨ ਭਏ ਹਰ ਕਾਹੋ, ਨੇਹ ਲਗੇ ਨਹਿ ਜ਼ੋਰ ਭਏ ਤੁਮ, ਨੇ ਲਗਾਵਤ ਹੋ ਬਰ ਕਾਹੋ, ਨੇ ਕਹਾਂ ਬਿਨ ਬਾਤਨ ਸੇ, ਰਸ ਜਾਨਤ ਕਾ ਅਜਹੂ ਲੜਕਾ ਹੋ। ਗੋਪੀਆਂ ਨੇ ਕਿਹਾ, ਅਜੇ ਤੇਰੀ ਉਮਰ ਥੋੜੀ ਹੈ, ਭਾਵ ਜੋ ਕੁਝ ਤੂੰ ਸਾਡੇ ਨਾਲ ਕਰਨਾ ਚਾਹੁੰਦਾ ਹੈ ਉਸ ਜੋਗੀ ਤੇਰੀ ਉਮਰ ਨਹੀਂ ਹੈ। ਅਜੇ ਤਾਂ ਘਰ ਜਾ ਕੇ ਖੇਲਣ ਦੀ ਤੇਰੀ ਉਮਰ ਹੈ, ਭਾਵ ਅਜਿਹੇ ਪੰਗੇ ਲੈਣ ਜੋਗਾ ਤੂੰ ਅਜੇ ਨਹੀਂ ਹੋਇਆ। ਤੈਨੂੰ ਗੁੱਸੇ ਹੋਣਗੇ, ਨੰਦ ਅਤੇ ਜਸ਼ੋਦਾ ਤੇਰੀ ਕਰਤੂਤ ਸੁਣ ਕੇ ਦੁਖੀ ਹੋਣਗੇ। ਹੇ ਹਰੀ, ਤੂੰ ਕਿਹੜੇ ਖਹਿੜੇ ਪੈ ਗਿਆ ਹੈ? ਜ਼ਬਰਦਸਤੀ ਅਜਿਹਾ ਪਿਆਰ ਕਿਉਂ ਪਾਉਂਦਾ ਹੈ? ਅਜਿਹੀ ਧੱਕੇ ਖੋਰੀ ਕਿਉਂ ਕਰਦਾ ਹੈ? ਅਜੇ ਤੂੰ ਬਾਲ ਹੈ, ਅਜੇ ਤੂੰ ਬੱਚਾ ਹੈ, ਅਜੇ ਅਜਿਹੇ ਪ੍ਰੇਮ ਰਸ ਦਾ ਤੈਨੂੰ ਕੀ ਪਤਾ ਹੈ? ਨੋਟ, ਇਹ ਦੋਵੇਂ ਸਵਈਏ ਲਗ ਮਾਤਰ ਤੱਕ ਇਸੇ ਤਰ੍ਹਾਂ ਦਸਮ ਗ੍ਰੰਥ ਵਿਚਲੇ ਕ੍ਰਿਸ਼ਨਾਵਤਾਰ ਵਿੱਚ ਵੀ ਹਨ। ਭਾਗਵਤ ਪੁਰਾਣ ਤਾਂ ਦਸਮ ਗ੍ਰੰਥ ਨਾਲੋਂ ਬਹੁਤ ਪਹਿਲਾਂ ਦਾ ਲਿਖਿਆ ਹੈ। ਦੋਹੀਂ ਥਾਈਂ ਲਿਖਣ ਵਾਲੇ ਨੇ ਇਹ ਨਹੀਂ ਲਿਖਿਆ ਕਿ ਇਹ ਉਸ ਦੀ ਆਪਣੀ ਰਚਨਾ ਨਹੀਂ ਹੈ ਕਿ ਦਸਮ ਗ੍ਰੰਥ ਦੇ ਲਿਖਾਰੀ ਨੇ ਨਕਲ ਕੀਤੇ ਸਨ ਕਿ ਜਾਂ ਭਾਗਵਤ ਪੁਰਾਣ ਲਿਖਣ ਵਾਲੇ ਨੇ
ਦਸਮ ਗ੍ਰੰਥ ਲਿਖੇ ਜਾਣ ਤੋਂ ਪਹਿਲਾਂ ਹੀ ਲਿਖ ਲਏ ਸਨ। ਇਸ ਭੇਦ ਨੂੰ ਕੋਈ ਖੋਜੀ ਵਿਦਵਾਨ ਹੀ ਖੋਲੇ। ਹੋਰ ਕੋਈ ਚਾਰਾ ਨਾ ਵੇਖ ਕੇ ਗੋਪੀਆਂ ਅੱਗੇ ਪਿੱਛੇ ਹੱਥ ਦੇ ਕੇ ਉਸੇ ਹਾਲਤ ਵਿੱਚ ਬਾਹਰ ਆ ਗਈਆਂ। ਅੱਗੇ ਵਿਆਸ ਦੇ ਪੁੱਤਰ ਸੁਖਦੇਵ ਜੀ ਨੇ ਜੋ ਕਿਹਾ ਉਸ ਦਾ ਅਨੁਵਾਦ ਭਾਗਵਤ ਪੁਰਾਣ ਵਿੱਚ ਇਹਨਾਂ ਲਫ਼ਜ਼ਾਂ ਵਿੱਚ ਦਰਜ ਹੈ। तब भगवान ने कहा, अरे गोपियों, दोनों हाथ जोड़कर नमस्कार करो, तब वस्त्र मिलेंगे। फिर गोपियां बोली, हे नंदलाल, हमारे साथ कपट क्यों करते हो? इतना कह गोपियों ने हाथ जोड़कर नमस्कार करी। तद भगवान ने वस्त्र दिए और तिनके पास आकर कहा, देखो कभी नग्न अंग स्नान नहीं करना। अच्छा, अब मेरा मसूल मुझे दीजिए। इतनी बात कहकर तिनके मुख चूम लिए और किसी के कुखों को पवित्र कर दिया। भाव गर्भवती कीता। जैसे हरण हरनियों के साथ क्रीड़ा करता है, इस रीत से भगवान ने तिनके साथ काम चेष्टा करके सर्ब को सुख देकर आप फिर बंसी घाट पर चले गए। काम चेष्टा वाली ਇਹ ਕਿਸ ਕਿਸਮ ਦੀ ਕ੍ਰੀੜਾ ਕਰਦਾ ਰਿਹਾ ਸੀ ਭਗਵਾਨ? ਕੁੱਖਾਂ ਹਰੀਆਂ ਕਰਨ ਦਾ ਅਰਥ ਕੀ ਹੈ? ਭਾਗਵਤ ਪੁਰਾਣ ਦੇ ਲਿਖਾਰੀ ਨੇ ਪਸ਼ੂਆਂ, ਹਰਨ, ਹਰਨੀਆਂ ਦੀ ਮਿਸਾਲ ਦੇ ਕੇ ਸਾਬਤ ਕੀਤਾ ਹੈ ਕਿ ਉਸ ਸਮੇਂ ਕ੍ਰਿਸ਼ਨ ਭਗਵਾਨ ਨੇ ਪਰਾਈਆਂ ਬੱਚੀਆਂ ਨਾਲ ਜੋ ਕੁਝ ਕੀਤਾ ਉਹ ਉਸੇ ਤਰ੍ਹਾਂ ਦਾ ਸੀ ਜੋ ਮਦੀਨਾ ਦੇ ਇੱਜੜ ਅਥਵਾ ਬਾਗ ਵਿੱਚ ਨਰ ਪਸ਼ੂ ਕਰਦਾ ਹੈ। ਭਗਵਾਨ ਦਾ ਆਪਣੀਆਂ ਭਗਤ ਬੱਚੀਆਂ ਨਾਲ ਇਹ ਕਿਸ ਤਰ੍ਹਾਂ ਦਾ ਪਵਿੱਤਰ ਪ੍ਰੇਮ ਸੀ। ਗਿਆਨੀ ਈਸ਼ਰ ਸਿੰਘ ਨਾਰਾ ਨੇ ਆਪਣੀ ਪੁਸਤਕ ਦੇ 94 ਸਫ਼ੇ ਤੇ ਕ੍ਰਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਜਿਹਾ ਹੀ ਬ੍ਰਹਮਚਾਰੀ ਲਿਖਿਆ ਹੈ। ਅਨੋਖੇ ਬ੍ਰਹਮਚਾਰੀ ਕ੍ਰਿਸ਼ਨ ਦੇ ਆਚਰਣ ਦੀ ਇਹ ਪਹਿਲੀ ਮਿਸਾਲ ਹੈ ਜੋ ਉਸ ਦੇ ਆਪਣੇ ਭਗਤਾਂ ਨੇ ਇੱਕ ਬ੍ਰਹਮ ਰਿਖੀ ਦੇ ਮੂੰਹੋਂ ਅਖਵਾਈ ਹੋਈ ਹੈ। ਝੂਠ ਨਾ ਬੋਲ ਪਾਂਡੇ, ਸੱਚ ਕਹੀਐ ਹਉਮੈ ਜਾਏ, ਸ਼ਬਦ ਘਰ ਲਈਐ ਰਹਾਉ। ਪੰਨਾ 904। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ। ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਭਾਗ 33ਵਾਂ, ਚੌਥੇ ਕਾਂਡ ਦਾ 12ਵਾਂ ਭਾਗ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।